केंद्र सरकार ਵੱਲੋਂ किसानों की आज़ादी ते खुशहाली के नाम ते 3 खेती बिल पास किए गए। सड़क तो लैके संसद तक इसका विरोध होया ते इसे दरमियान प्रधानमंत्री नरेंद्र मोदी ने खुद संबोधन किया अते किसानों के खदशे दूर करने की कोशिश की, पर किसानों के शंके दूर नहीं हुए। उल्टा किसानों ने प्रधानमंत्री के दाव्यां ते सवाल चुके ने। कल देश की संसद ने देश के किसानों को नए अधिकार देने वाले बहुत ही ऐतिहासिक कानूनों को पारित किया है। पूरे हिंदुस्तान के किसानों को भी और भारत के उज्जवल भविष्य के लिए जो आशावान लोग हैं उन सब के लिए भी बहुत बहुत बधाई देता हूं। ये सुधार 21वीं सदी के भारत की जरूरत है। साथियों, हमारे देश में अब तक उपज और बिक्री की जो व्यवस्था चली आ रही थी, जो कानून थे, उसने किसानों के हाथ पांव बांधे हुए थे। इन कानूनों की आड़ में देश में ऐसे ताकतवर गिरोह पैदा हो गए थे जो किसानों की मजबूरी का फायदा उठा रहे थे। आखिर ये कब तक चलता रहता? और इसलिए इस व्यवस्था में बदलाव करना आवश्यक था और ये बदलाव हमारी सरकार ने करके दिखाया है। नए कृषि सुधारों ने देश के हर किसान को ये आजादी दी है कि वो किसी को भी कहीं पर भी अपनी फसल, अपने फल सब्जियां अपनी शर्तों पर बेच सकता है। अब उसे अपने क्षेत्र की मंडी के अलावा भी कई और विकल्प मिल गए हैं। अब उसे अगर मंडी में ज्यादा लाभ मिलेगा तो वहां मंडी में जाकर अपनी फसल बेचेगा। मंडी के अलावा कहीं और से ज्यादा पैसा मिलता है, ज्यादा लाभ मिलता है तो वहां जाकर के बेचेगा। उसकी सारे बंधनों से मुक्ति दिलाने के कारण ये संभव होगा। काला बाजारी का सवाल देखो भी जदों 1955 ਦਾ ਐਕਟ ਸੀਗਾ ਜ਼ਰੂਰੀ ਵਸਤਾਂ ਸੋਧ ਬਿੱਲ 2020 ਉਹਦੇ ਵਿੱਚ ਵੀ ਜਿਹੜੇ ਪ੍ਰਾਈਵੇਟ ਪਾਰਟਨਰਸ਼ਿਪ ਸੀਗੇ ਉਹ ਚੀਜ਼ਾਂ ਨੂੰ ਖਰੀਦ ਕੇ ਤੇ ਸਟੋਰ ਕਰ ਲਿਆ ਕਰਦੇ ਸੀਗੇ ਤੇ ਬਾਜ਼ਾਰ ਦੀਆਂ ਕੀਮਤਾਂ ਵਧਾ ਕੇ ਬਾਅਦ ਬਾਜ਼ਾਰ ਚ ਲਿਆ ਕਰਦੇ। ਉਦੋਂ ਸਰਕਾਰ ਕੋਲੇ ਐਕਟ ਸੀਗਾ, ਐਕਟ ਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਸੀ। ਹੁਣ ਸਰਕਾਰ ਨੇ ਜ਼ਰੂਰੀ ਵਸਤਾਂ ਤੋਂ ਸਾਰੀਆਂ ਖੇਤੀ ਦੀਆਂ ਵਸਤਾਂ ਕੱਢ ਦਿੱਤੀਆਂ ਗਈਆਂ। ਚੀਜ਼ ਖਰੀਦ ਕੇ ਤੇ ਉਹ ਸਟੋਰ ਵਿੱਚ ਡੰਪ ਕਰ ਸਕਦਾ। ਸੋ ਇਹਦੇ ਨਾਲ ਸਾਡਾ ਖਤਰਾ ਵੀ ਕਾਲਾ ਬਾਜ਼ਾਰੀ ਨੂੰ ਕਾਨੂੰਨੀ ਮਾਨਤਾ ਮਿਲ ਗਈ ਆ ਤੇ ਹੁਣ ਉਹ ਰੱਜ ਕੇ ਲੁੱਟਣਗੇ। ਤੁਸੀਂ ਵੇਖੋ ਐਕਟ ਕੀ ਕਹਿ ਰਿਹਾ ਵੀ ਬਾਗਬਾਨੀ ਦੇ ਉਤਪਾਦਾਂ ਦੀਆਂ ਜੇ ਪਰਚੂਨ ਦੀਆਂ 100% ਜੇ ਕੀਮਤਾਂ ਵੱਧ ਜਾਣ ਤਾਂ ਫਿਰ ਸਰਕਾਰ ਦੀ ਮਰਜ਼ੀ ਹੋਵੇ ਤੇ ਉਹ ਵਿਚਾਰ ਕਰ ਲੂਗੀ। ਇਸੇ ਤਰੀਕੇ ਨਾਲ ਨਾਸ ਹੋਣ ਵਾਲੀਆਂ ਜਿਹੜੀ ਕੋਈ ਖੇਤੀ ਦੀਆਂ ਨਾਸ ਹੋ ਜਾਂਦੀਆਂ ਉਹ 'ਚ 50% ਜੇ ਕੀਮਤਾਂ ਵੱਧ ਜਾਣ ਤੇ ਜੇ ਸਰਕਾਰ ਚਾਹੇ ਤਾਂ ਫਿਰ ਸਟੈਪ ਚੁੱਕ ਸਕਦੀ ਹੈ। ਇਸ ਕਿਸਮ ਦੀਆਂ ਕਿੰਨੀਆਂ ਖਤਰਨਾਕ ਧਾਰਾਵਾਂ ਦੀ ਵਿਵਸਥਾ ਵਾ ਸਾਡੇ ਇਹਨਾਂ ਆਰਡੀਨੈਂਸਾਂ ਦੇ ਵਿੱਚ, ਤਾਂ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ। MSP 23 ਫਸਲਾਂ ਦੀ ਤੈਅ ਹੋ ਰਹੀ ਹੈ। MSP ਜੇ ਉਹ ਸਰਕਾਰੀ ਪਰਚੇਜ ਨਹੀਂ ਹੈਗੀ, MSP ਤਾਂ 23 ਫਸਲਾਂ ਦੀ ਆ। ਮੱਕੀ ਦਾ ਸਵਾਲ ਬਾਰ-ਬਾਰ ਮੀਡੀਆ 'ਚ ਵੀ ਆ ਰਿਹਾ ਵੀ ਮੱਕੀ ਦੀ MSP 1850 ਆ ਤਾਂ ਵਿਕ ਰਹੀ ਆ। ਠੀਕ ਆ ਤੇ ਭਾਜਪਾ ਦੇ ਪ੍ਰਵਕਤਾ ਵੀ ਟੀਵੀ ਚੈਨਲਾਂ ਤੇ ਬੋਲਦੇ ਰਹੇ ਨੇ ਵੀ ਅਸੀਂ ਕਹਿੰਦੇ ਆ ਕਿਸਾਨ ਨੂੰ MSP ਦੇ ਰੇਟ ਮਿਲਣਾ ਚਾਹੀਦਾ। ਤੇ ਜਦੋਂ ਸਵਾਲ ਕਰੀਦਾ ਵੀ ਕਿਵੇਂ ਮਿਲਣਾ ਕਿਵੇਂ ਚਾਹੀਦਾ, ਜਿਹੜਾ ਪ੍ਰਾਈਵੇਟ ਪਾਰਟਨਰਸ਼ਿਪ ਵਾਲਾ ਬੰਦਾ ਤੁਸੀਂ ਲੈਂਦਾ ਉਹਦੇ ਧੌਣ ਤੇ ਗੰਢ ਰੱਖ ਦਈਏ ਵੀ ਭਾਈ ਲੈ ਤੇ ਸਾਡੀ ਫਸਲ ਤੂੰ MSP ਤੇ ਲੈਣੀ, ਉਹ ਕਹੂਗਾ ਮੈਂ ਨਹੀਂ ਲੈਂਦਾ, ਮੈਂ ਤਾਂ ਜੀ ਤੁਹਾਡਾ ਜੇ 2000 ਆ ਮੈਂ ਤੁਹਾਨੂੰ 1000 ਰੁਪਏ ਦੇਣਾ। ਉਹਨੂੰ ਧੱਕੇ ਨਾਲ ਕਿਵੇਂ ਦੇ ਦੇਵਾਂਗੇ? MSP ਕੱਲਾ ਤੈਅ ਕਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। MSP ਤੇ ਖਰੀਦ ਕਰੇ ਸਰਕਾਰ, ਇਹ ਵੱਡਾ ਸਵਾਲ ਆ।
ਤੇ ਐਮਐਸਪੀ ਦੇ ਖਰੀਦ ਕਣਕ ਝੋਨੇ ਦੀ ਕੱਲੀ ਬਚੀ ਹੋਈ ਆ, ਜੇ ਉਹ ਵੀ ਟੁੱਟਣ ਜਾ ਰਹੀ ਆ, ਬਾਕੀ ਫਸਲਾਂ ਤੇ ਐਮਐਸਪੀ ਨਹੀਂ ਹੈਗੀ। ਸੋ ਜੇ ਅਸੀਂ ਇੱਥੇ ਦਾਲ ਬੀਜਾਂ ਬੀਜਦੇ ਆ ਤਾਂ ਐਮਐਸਪੀ ਤੇ ਸਰਕਾਰ ਨਹੀਂ ਖਰੀਦਦੀ। ਜੇ ਅਸੀਂ ਉਹ ਆਪਣਾ ਤੇਲ ਬੀਜਾਂ ਬੀਜਦੇ ਆ ਉਹ ਸਰਕਾਰ ਨਹੀਂ ਖਰੀਦਦੀ। ਅੱਜ ਤੁਸੀਂ ਬਾਸਮਤੀ ਵੇਖ ਲਓ 1500 ਮੰਡੀਆਂ 'ਚ, ਉਹ 500 ਰੁਪਏ ਘੱਟ ਰੇਟ ਤੇ ਵਿਕ ਰਹੀ ਹੈ ਪਿਛਲੇ ਸਾਲ ਨੂੰ। ਇਹ ਪ੍ਰਾਈਵੇਟ ਖੇਤਰ ਆ। ਸੋ ਇਸ ਕਰਕੇ ਆ ਵੀ ਸਰਕਾਰ ਐਮਐਸਪੀ ਦੇ ਬਹਾਨੇ ਗੱਲ ਟਾਰਗੇਟ ਨਾ ਕਰੇ। ਐਮਐਸਪੀ ਰਹੂਗੀ, ਸਰਕਾਰ ਉਹਦਾ ਭਾਅ ਤੈਅ ਕਰਦਿਆ ਕਰੂ। ਤੁਸੀਂ ਕਣਕ ਦਾ ਭਾਅ 10,000 ਤੈਅ ਕਰ ਦਿਓ, ਖਰੀਦੋ ਨਾ, ਸਾਨੂੰ ਉਹਦਾ ਕੀ ਬੈਨੀਫਿਟ ਆ? ਸਾਨੂੰ ਤਾਂ ਖਰੀਦ ਦਾ ਸਵਾਲ ਹੈ ਵੀ ਖਰੀਦ ਦੀ ਗਰੰਟੀ ਹੈ ਸਾਡੀ ਫਸਲ ਚੱਕੀ ਜਾਊਗੀ। ਇੱਕ ਤਾਂ ਆਹ ਸਵਾਲ ਆ ਪ੍ਰਧਾਨ ਮੰਤਰੀ ਜੀ, ਆਹ ਸਵਾਲ ਚੱਕਣ। ਦੂਜਾ ਜੀ, ਤੁਸੀਂ ਆਜ਼ਾਦੀ ਦੀ ਗੱਲ ਕਰ ਰਹੇ ਆ ਵੀ ਅਸੀਂ ਕਿਸਾਨ ਨੂੰ ਕਿਹਾ ਵੀ ਜਿੱਥੇ ਮਰਜ਼ੀ ਫਸਲ ਲੈ ਜਾਓ ਆਪਦੀ। ਤੁਸੀਂ APMC ਐਕਟ ਕੱਢ ਕੇ ਵੇਖ ਲਓ। ਅਸੀਂ ਕਹਿੰਦੇ ਮੋਦੀ ਜੀ APMC ਐਕਟ ਚਲੋ, ਤੁਹਾਡੇ ਕੋਲ ਬੜੇ ਬੜੇ ਮਾਹਰ, ਉਹ 'ਚ ਲਿਖਿਆ ਹੋਇਆ ਸਾਨੂੰ 70 ਦੀ ਇਜਾਜ਼ਤ ਮਿਲੀ ਹੋਈ ਹੈ। APMC ਐਕਟ ਦੇ ਵਿੱਚ ਅਸੀਂ ਕਿਸਾਨ ਜਿੱਥੇ ਮਰਜ਼ੀ ਫਸਲ ਲੈ ਜੇ, ਉੱਥੇ ਕੋਈ ਪਾਬੰਦੀ ਨਹੀਂ ਹੈਗੀ। ਪਰ ਸਵਾਲ ਤਾਂ ਇਹ ਆ ਵੀ ਖੜੇ ਕਿਉਂ? ਹੁਣ ਪੰਜਾਬ ਦੇ 1950 ਸਭ ਤੋਂ ਵੱਧ ਰੇਟ ਆ, ਉਹ ਯੂਪੀ ਕੀ ਕਹਿ ਲੂਗਾ? ਯੂਪੀ ਤਾਂ ਘੱਟ ਕੀਮਤ ਤੇ ਕਣਕ ਝੋਨਾ ਵਿਕ ਰਿਹਾ, ਉਹ ਕੀ ਕਰੂਗਾ? ਜੇ ਕੋਈ ਵੱਧ ਰੇਟ ਹੈ ਹੀ ਨਹੀਂ ਕਿਸੇ ਬੰਨੇ। ਦੂਸਰਾ, ਉਹਦੀ ਖੜਨ ਦੀ क्षमता ਕਿੰਨੀ ਕਾ? 85% ਕਿਸਾਨ 5 ਕਿੱਲੇ ਵਾਲਾ ਵਾ। ਉਹ 5 ਤੋਂ ਕਹਾਂ 25% ਕਿਸਾਨਾਂ ਕੋਲੇ ਕੋਈ ਸੰਦ ਹੀ ਨਹੀਂ ਹੈਗਾ, ਟਰੈਕਟਰ ਟਰਾਲੀ ਨਹੀਂ ਹੈਗਾ। ਉਹ ਤਾਂ ਮੁਸ਼ਕਲ ਨਾਲ ਆਪਦੀ 5 ਕਿਲੋ ਜਿਹੜੀ ਜਿੰਨਾ ਭਾਅ ਉਹਨੂੰ 5 ਕਿਲੋਮੀਟਰ ਦੀ ਮੰਡੀ ਤੇ ਮਿਲ ਰਿਹਾ ਨੇੜੇ, ਉਹ ਯੂਪੀ ਕੋ ਖੜੂਗਾ। ਸੋ ਇਹ ਸਰਕਾਰਾਂ ਮੋਦੀ ਜੀ ਇਹ ਕਹਿਣ ਵੀ ਅਸੀਂ ਵਪਾਰੀਆਂ ਨੂੰ ਖੁੱਲ੍ਹ ਦਿੱਤੀ ਆ, ਵਪਾਰੀਆਂ ਨੂੰ ਖੁੱਲੀਆਂ ਛੋਟਾਂ ਆਜ਼ਾਦੀ ਦਿੱਤੀ ਵਪਾਰੀਆਂ ਨੂੰ ਵੀ ਜਿੱਥੋਂ ਮਰਜ਼ੀ ਖਰੀਦਣ, ਜਿੱਥੇ ਮਰਜ਼ੀ ਖੜ ਕੇ ਵੇਚਣ, ਟੈਕਸ ਕੋਈ ਨਹੀਂ ਲੱਗਾ। ਅਸਲ ਵਪਾਰੀ ਨੂੰ ਖੁੱਲ੍ਹ ਦਿੱਤੀ ਆ, ਨਾ ਕਿਸਾਨ ਦਾ ਕਿਹਾ ਜਾ ਰਿਹਾ ਵਾ। ਅਸਲ ਦਰਅਸਲ ਗੱਲ ਆ ਵਾ। ਸੋ ਤੱਥਾਂ ਨੂੰ ਤੋੜ ਮਰੋੜ ਕੇ ਮੀਡੀਆ ਦੇ ਜ਼ੋਰ ਨਾਲ ਜਿੰਨੇ ਲੋਕ ਜਿੰਨਾ ਅੰਦੋਲਨ ਤੇਜ਼ ਹੋ ਰਿਹਾ, ਉਸ ਅੰਦੋਲਨ ਨੂੰ ਕਿਵੇਂ ਠੰਡਾ ਕੀਤਾ ਜਾ ਸਕੇ, ਇਹ ਯਤਨ ਕੀਤੇ ਜਾ ਰਹੇ। ਇੱਥੇ ਰੁਕਦੇ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਮੰਡੀਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਤੇ ਕਿਸਾਨਾਂ ਨੇ ਕੀ ਚੁੱਕੇ ਨੇ ਸਵਾਲ। प्रधानमंत्री नरेंद्र मोदी ने कहा कि बिल भावें लिआंदे गए ने पर मंडीकरण की व्यवस्था खत्म नहीं होएगी, जिससे किसानां ने सवाल चुके ने कि जदों खरीद ही मंडी दे बाहर होएगी तो फिर मंडियां दे मायने की बचणगे। आखिर ये फैसला किस तरह किसानों की आर्थिक स्थिति को बदलने में बहुत मददगार साबित होगा, इन सवालों का जवाब भी अब ग्राउंड रिपोर्ट से ही मिल रहा है। किसानों को मिली इस आजादी के कई लाभ दिखाई देने शुरू भी हो गए हैं, क्योंकि इसका अध्यादेश कुछ महीने पहले निकाला गया था। ऐसे प्रदेश जहां पर आलू बहुत होता है, वहां से रिपोर्ट्स है कि जून जुलाई के दौरान थोक खरीदारों ने किसानों को अधिक भाव देकर सीधे कोल्ड स्टोरेज से ही आलू खरीद लिया है। बाहर किसानों को आलू के ज्यादा दाम मिले तो इसकी वजह से जो किसान मंडियों में आलू लेकर पहुंचे थे, आखिर दबाव में आने के कारण, बाहर बड़ा ऊंचा मार्केट होने के कारण मंडी के लोगों को भी किसानों को ज्यादा दाम देना पड़ा। इसी तरह मध्य प्रदेश और राजस्थान से, वहां से जो रिपोर्ट मिली है कि वहां पर तेल मिलों ने किसानों को सीधे 20 से 30% ज्यादा देकर सरसों की खरीदी की है। मध्य प्रदेश, उत्तर प्रदेश, छत्तीसगढ़, पश्चिम बंगाल ऐसे राज्यों में दालें बहुत होती हैं। इन राज्यों में पिछले साल की तुलना में 15 से 25% तक का ज्यादा दाम सीधे किसानों को मिले हैं। दाल मिलों ने वहां भी सीधे किसानों से खरीद की है, सीधे उन्हें ही भुगतान किया है। डीजल ਦੀਆਂ ਕੀਮਤਾਂ ਤੁਸੀਂ ਵਧਾਈ ਜਾਓ, ਠੀਕ ਹੈ, ਖੇਤੀ ਮਸ਼ੀਨਰੀ ਦੀਆਂ ਕੀਮਤਾਂ ਤੁਸੀਂ ਵਧਾਈ ਜਾਓ, ਠੇਕਾ ਸਾਡਾ ਲਗਾਤਾਰ ਵਧੀ ਜਾਵੇ, ਲੇਬਰ ਲਗਾਤਾਰ, ਵੀ ਕੋਈ ਦੱਸੋ ਕਿਵੇਂ ਦੂਣੀ ਹੋ ਜੂ? ਸ਼ਬਦਾਂ 'ਚ ਹੋ ਜੂਗੀ, ਹਾਂ ਸ਼ਬਦਾਂ 'ਚ ਹੋ ਸਕਦੀ ਹੈ, ਤੁਸੀਂ ਸ਼ਬਦ ਬੋਲ ਰਹੇ ਦੁਗਣੀ ਕੇ, ਤੇ ਸ਼ਬਦਾਂ 'ਚ ਦੁਗਣੀ ਕੀ ਕਹਿ ਦੋ ਵੀ ਦੁਗਣੀ ਆਮਦਨ ਹੋ ਜੂਗੀ। ਅੱਜ ਆંકੜੇ ਜਿਹੜੇ ਨੇ, ਠੀਕ ਹੈ ਜੀ, 23,000
ਕੁਝ ਰੁਪਈਏ ਉੱਪਰ ਆ। ਪੰਜਾਬ ਦੇ ਕਿਸਾਨ ਦੀ ਸਾਲਾਨਾ ਆਮਦਨ ਜਿਹੜੇ 6 ਜੀ ਆ ਉਹਨਾਂ ਦੀ 23,000 ਰੁਪਈਆ ਪਰ ਸਾਲ ਆ ਪਰ ਯਾਰ। ਹੁਣ ਤੁਸੀਂ ਦੱਸੋ 23,000 ਰੁਪਈਆ ਹੁੰਦਾ ਕੀ ਆ? ਠੀਕ ਹੈ ਜੀ, ਮੰਨ ਲਈਏ ਪ੍ਰਧਾਨ ਮੰਤਰੀ ਜੀ ਕਹਿ ਰਿਹਾ ਉਹ 23 ਨੂੰ ਡਬਲ ਕਰ ਦਈਏ ਆਪਾਂ, ਕੀ ਕਿੰਨਾ ਕੁ ਗਿਆ? ਤੋਂ ਫਾਇਦਾ ਤੇ ਜਿਹੜਾ ਵਪਾਰੀ ਆ ਉਹ ਲੈ ਰਿਹਾ, ਕਿਸਾਨ ਨੂੰ ਤੇ ਐਕਚੁਅਲੀ ਇਹਦਾ ਫਾਇਦਾ ਨਹੀਂ ਹੈਗਾ। ਜਿਹੜਾ ਕਹਿੰਦੇ ਨਿਵੇਸ਼ ਵਧੂਗਾ, ਅਸੀਂ ਲੱਗੇ ਹੋਏ ਆ 1992 ਦੇ ਵਿੱਚ, ਜਿੰਨਾ ਅਜੇ ਤੱਕ ਨਿਵੇਸ਼ ਆਇਆ ਵਾ ਉਹ ਦੱਸਣ ਵੀ ਉਸ ਨਿਵੇਸ਼ ਦੇ ਨਾਲ ਭਾਰਤ ਦੇ ਲੋਕਾਂ ਦਾ ਕੀ ਬਣ ਗਿਆ। ਸਭ ਤੋਂ ਵੱਧ ਬੇਰੁਜ਼ਗਾਰੀ ਇਸ ਵੇਲੇ ਸਭ ਤੋਂ ਵੱਡੀ ਬੇਰੁਜ਼ਗਾਰੀ ਦੀ ਮਾਰ ਸਾਡਾ ਦੇਸ਼ ਚੱਲ ਰਿਹਾ। ਜੇ ਇੰਡਸਟਰੀ ਵਿੱਚ ਇੰਨਾ ਨਿਵੇਸ਼ ਕਰਾਇਆ ਭਾਰਤੀ ਸਰਕਾਰ ਨੇ, ਜੇ ਉਹਦਾ ਕੋਈ ਸਾਨੂੰ ਨਹੀਂ ਫਾਇਦਾ ਮਿਲਿਆ, ਤੇ ਖੇਤੀ ਵਿੱਚ ਵੀ ਕੋਈ ਨਿੱਜੀ ਨਿਵੇਸ਼ ਕਰਾਇਆ ਫਾਇਦਾ ਨਹੀਂ। ਖੇਤੀ ਪਹਿਲੋਂ ਨਿੱਜੀ ਆ, ਇਹਦੇ ਸਾਫ਼ ਵਰਤਿਆ ਵੀ ਅਸੀਂ ਖੇਤੀ ਦੇ ਵਿੱਚ ਕਾਰਪੋਰੇਟ ਨੂੰ ਲੈ ਕੇ ਆ ਰਹੇ ਹਾਂ। ਸੋ ਤਕਰੀਬਨ 40 ਤੋਂ 42 ਹਜ਼ਾਰ ਕਿਸਾਨ ਤੇ ਮਜ਼ਦੂਰ ਇੱਕ ਸਾਲ 'ਚ ਖੁਦਕੁਸ਼ੀਆਂ ਕਰ ਗਿਆ। ਸਰਕਾਰ ਦੇ ਅੰਕੜੇ ਨੇ ਇਹ ਰਿਜ਼ਲਟ ਆ ਗਿਆ ਨੇ ਵੀ ਖੁਦਕੁਸ਼ੀਆਂ ਵੱਧ ਕਰਨ ਲੱਗ ਪਏ ਅਸੀਂ। ਠੀਕ ਆ, ਆਹ ਆਂਕੜੇ ਬੇਰੁਜ਼ਗਾਰੀ ਇੰਨੀ ਵੱਧ ਗਈ, ਇਹ ਤੱਥ ਨੇ ਵਧ ਗਿਆ। ਰਿਜ਼ਲਟ ਕੀ ਆਏ? ਸਾਨੂੰ ਕੋਈ ਐਗਜ਼ਾਮਪਲ ਤਾਂ ਦੇਣ ਨਾ, ਕੋਈ ਐਗਜ਼ਾਮਪਲ ਦੇਣ ਮੀਡੀਆ ਦੇ ਵਿੱਚ ਵੀ ਆਹ ਵਾ ਆਮਦਨੀ ਦੂਣੀ ਹੋ ਗਈ ਆ। ਠੀਕ ਹੈ ਜੀ, ਲੋਕ ਖੁਸ਼ਹਾਲ ਹੋ ਗਏ ਆ। ਜਾਂ ਕਿਹੜਾ ਫੈਕਟ ਆ? ਲੋਕਾਂ ਕੋਲੇ ਤਾਂ ਦਵਾਈ ਲੈਣ ਜੋਗੇ ਪੈਸੇ ਨਹੀਂ ਗਏ। ਲੋਕਾਂ ਕੋਲੇ ਤਾਂ ਅੱਜ ਪ੍ਰੋਟੈਸਟ ਹੋ ਰਹੇ ਪੂਰੇ ਮੁਲਕ ਦੇ ਵਿੱਚ ਵੀ ਸਾਡੇ ਕੋਲ ਬੱਚੇ ਫੀਸਾਂ ਦੇਣ ਜੋਗੇ ਨਹੀਂ ਗਏ ਬੱਚਿਆਂ ਦੀਆਂ। कई जगह ये भी सवाल उठाया जा रहा है कि अब कृषि मंडियों का क्या होगा? क्या कृषि मंडियां बंद हो जाएगी? क्या वहां पर खरीद बंद हो जाएगी? जी नहीं, ऐसा कतई नहीं होगा। और मैं यहां स्पष्ट कर देना चाहता हूं कि ये कानून, ये बदलाव कृषि मंडियों के खिलाफ नहीं है। कृषि मंडियों में जैसे काम पहले होता था वैसे ही अब भी होगा, बल्कि ये हमारी ही एनडीए सरकार है जिसने देश की कृषि मंडियों को आधुनिक बनाने के लिए निरंतर काम किया है। कृषि मंडियों के कार्यालयों को ठीक करने के लिए, वहां का कंप्यूटराइजेशन कराने के लिए पिछले 5-6 साल में से देश में बहुत बड़ा अभियान चल रहा है। इसलिए जो ये कहता है कि नए कृषि सुधारों के बाद कृषि मंडियां समाप्त हो जाएगी, तो वो किसानों से सरासर झूठ बोल रहा है। ਪਹਿਲਾ ਵਾ ਸਿਸਟਮ ਚੱਲਦਾ ਆ ਰਿਹਾ ਇੱਕ ਮੰਡੀ ਦਾ। ਪੰਜਾਬ, ਹਰਿਆਣਾ, ਯੂਪੀ ਦੇ ਕੁਝ ਇਲਾਕਿਆਂ ਵਿੱਚ ਸਰਕਾਰੀ ਖਰੀਦ ਬਚੀ ਹੋਈ ਆ। ਸੋ ਇਹ ਕਿਉਂ ਸੀਗਾ ਵੀ 6% ਕੁੱਲ ਦੇਸ਼ ਦੀ ਖਰੀਦ ਚੋਂ ਸਰਕਾਰੀ ਖਰੀਦ ਹੁੰਦੀ ਆ, ਬਾਕੀ ਸਾਰੀ ਪ੍ਰਾਈਵੇਟ ਖਰੀਦ ਹੁੰਦੀ ਆ। ਸੋ ਜਿਹੜਾ ਸਰਕਾਰ ਨੇ ਫੈਸਲਾ ਕੀਤਾ, ਕੱਲਾ ਇਹ ਮੋਦੀ ਸਰਕਾਰ ਦਾ ਨਹੀਂ ਫੈਸਲਾ, ਇਹ ਤੋਂ ਪਿਛਲੀਆਂ ਸਰਕਾਰਾਂ ਵੀ ਇਹਦੇ ਲਈ ਜ਼ਿੰਮੇਵਾਰੀਆਂ ਨੇ। ਉਹਦੇ ਵਿੱਚ ਹੋਇਆ ਕੀ ਆ ਵੀ ਜਿਹੜੀ ਸਾਡੀ ਸਰਕਾਰੀ ਮੰਡੀ ਆ ਉਹਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਫੈਸਲਾ ਕਰ ਲਿਆ। ਤੇ ਉਹ ਪ੍ਰਾਈਵੇਟ ਹੱਥਾਂ 'ਚ ਦੇਣ ਵਾਸਤੇ 3 ਜਿਹੜੇ ਖੇਤੀ ਦੇ ਆਰਡੀਨੈਂਸ ਲੈ ਕੇ ਆਉਂਦੇ ਨੇ। ਸੋ ਆਰਡੀਨੈਂਸ ਦੇ ਵਿੱਚ ਜਿਹੜੀਆਂ ਧਾਰਾਵਾਂ ਨੇ ਉਹ ਸਾਫ਼-ਸਾਫ਼ ਕਹਿੰਦੀਆਂ ਨੇ ਵੀ ਜਦੋਂ ਇਹ ਖੇਤੀ ਆਰਡੀਨੈਂਸ ਲਾਗੂ ਹੋ ਜਾਣ ਤੇ ਜਿਹੜੇ ਸਟੇਟਾਂ ਦੇ APMC ਐਕਟ ਨੇ ਉਹਨਾਂ ਦੀ ਤਾਕਤ ਨੂੰ ਪਛਾੜ ਦੇਣੀ ਗਿਆ ਹੈ। ਇਹ ਪੰਜਾਬੀ ਸਾਫ਼-ਸਾਫ਼ ਲਿਖਿਆ ਵਾ, ਇਹ ਗੱਲਾਂ ਲਿਖੀਆਂ। ਸੋ ਇਸ ਕਰਕੇ ਇਹਦਾ ਮਤਲਬ APMC ਐਕਟ ਖਤਮ ਕਰ ਦਿੱਤੇ ਗਏ। ਸੋ ਇਹ ਤੋਂ ਗਾਹਾਂ ਕਾਰਪੋਰੇਟ ਨੂੰ ਜਿਹੜਾ ਟੈਕਸ ਲੱਗਦਾ ਸੀ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਗਿਆ। ਇਹ ਤੋਂ ਗਾਹਾਂ ਕਾਰਪੋਰੇਟ ਨੂੰ ਖੇਤੀ ਵਿੱਚ ਦਾਖਲ ਹੋਣ ਦਾ ਰਾਹ ਪੱਧਰਾ ਕਰ ਦਿੱਤਾ ਗਿਆ, ਉਹਨੂੰ ਕਾਨੂੰਨੀ ਤੌਰ ਤੇ ਮਾਨਤਾ ਮਿਲ ਗਈ। ਇਹ ਤੋਂ ਗਾਹਾਂ ਇਹ ਅਧਿਆਦੇਸ਼ ਜਿਹੜੇ ਆ ਗਾਹਾਂ ਮੰਡੀ 'ਚ ਨਹੀਂ ਜਾ ਸਕਦਾ ਵਪਾਰੀ, ਉਹ ਸਿੱਧਾ ਪਿੰਡਾਂ 'ਚ ਜਾ ਕੇ ਕਿਸਾਨਾਂ ਕੋਲੇ ਜਿਹੜੀ ਮਰਜ਼ੀ ਵਸਤੂ ਜਿਹੜੀ ਆ ਉਹ ਖਰੀਦ ਸਕਦਾ ਵਾ। ਉਹਨਾਂ ਤੇ ਹੁਣ APMC ਐਕਟ ਦੀ ਕੋਈ ਧਾਰਾ ਲਾਗੂ ਨਹੀਂ ਹੁੰਦੀ। ਸਾਨੂੰ ਕੀ ਤਰ੍ਹਾਂ ਜਾ ਪਿੰਡਾਂ ਸਿੱਧਾ ਖਰੀਦਣ ਤੇ ਵੀ ਜੇ ਮੰਡੀ 'ਚ ਕੋਈ ਕਿਸਾਨ ਨਾ ਗਿਆ ਤੇ ਸਿੱਧੇ ਵਪਾਰੀ ਆ ਕਿ ਪਿੰਡਾਂ 'ਚ ਖਰੀਦਣ ਡੈ ਪਏ ਤਾਂ ਮੰਡੀ ਖਤਮ ਹੋ ਜਾਣੀ ਆ ਸਾਡੀ। ਤੇ ਕੋਈ ਵੀ ਪ੍ਰਾਈਵੇਟ ਪਾਰਟਨਰਸ਼ਿਪ ਜਿਹੜੀ ਹੁੰਦੀ ਆ, ਕੋਈ ਵੀ ਦੁਨੀਆ ਦਾ ਕੋਈ ਐਗਜ਼ਾਮਪਲ ਦੇ ਦਿਓ ਵੀ ਦੁਨੀਆ ਦਾ ਆ ਪ੍ਰਾਈਵੇਟ ਕਾਰੋਬਾਰੀ ਸੀਗਾ ਜਿਹਨੇ ਆਮ ਜਨਤਾ ਨੂੰ ਕੋਈ ਫਾਇਦਾ ਦਿੱਤਾ। ਪ੍ਰਾਈਵੇਟ ਬੰਦਾ ਹਮੇਸ਼ਾ ਘੱਟ ਕੀਮਤ ਤੇ ਚੀਜ਼ ਖਰੀਦਣਾ ਚਾਹੁੰਦਾ ਹੁੰਦਾ ਤੇ ਉਦੋਂ ਗਾਹਾਂ ਬਾਜ਼ਾਰ ਦੇ ਵਿੱਚ ਮੁਨਾਫੇ 'ਚ ਵੇਚਣਾ ਚਾਹੁੰਦਾ ਹੁੰਦਾ। ਇਹ ਪ੍ਰਾਈਵੇਟ ਬੰਦੇ ਦੀ ਫਿਤਰਤ ਰਹੀ ਆ। ਹਾਂ, ਜਦੋਂ ਗਵਰਨਮੈਂਟ ਹੁੰਦੀ ਆ, ਗਵਰਨਮੈਂਟ ਦੀ ਪਾਲਿਸੀਜ਼ ਹੋਰ ਹੁੰਦੀ ਆ ਵੀ ਉਹ ਕਿਸਾਨ ਨੂੰ ਵੀ ਸਹੀ ਰੇਟ ਦੇਣਾ ਚਾਹੁੰਦੀ ਹੁੰਦੀ ਆ ਤੇ ਇਹ ਤੋਂ ਗਾਹਾਂ ਜਿਹੜੇ ਖਰੀਦਣ ਵਾਲੇ ਗਰੀਬ ਲੋਕ ਨੇ ਉਹਨਾਂ ਨੂੰ ਵੀ ਸਹੀ ਮੁੱਲ ਤੇ ਦੇਣਾ ਚਾਹੁੰਦੀ ਹੁੰਦੀ ਆ। ਇਹ ਕਾਨੂੰਨ ਕਾਇਦੇ ਇਸ ਕਰਕੇ ਡਾਤੇ। ਸੋ ਇਸ ਕਰਕੇ ਸਾਨੂੰ ਇਹਦਾ ਜ਼ੋਰਦਾਰ ਅਸੀਂ ਵਿਰੋਧ ਕਰ ਰਹੇ ਹਾਂ। ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ MSP ਦੇ ਮੁੱਦੇ ਤੇ ਕਿਸਾਨਾਂ ਦੇ ਖਦਸ਼ੇ ਦੂਰ ਕਰਨ 'ਚ ਕਿਵੇਂ ਰਹੇ ਨੇ ਅਸਫਲ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਐਮਐਸਪੀ ਦੀ ਵਿਵਸਥਾ ਖਤਮ ਨਹੀਂ ਹੋਏਗੀ ਤਾਂ ਉਧਰ ਕਿਸਾਨਾਂ ਨੇ ਸਵਾਲ ਚੁੱਕੇ ਨੇ ਕਿ ਮੁੱਦਾ ਐਮਐਸਪੀ ਹੋਣ ਜਾਂ ਨਾ ਹੋਣ ਦਾ ਨਹੀਂ ਹੈ, ਸਗੋਂ ਸਵਾਲ ਤਾਂ ਇਹ ਹੈ ਕਿ ਕੀ ਕਿਸਾਨਾਂ ਦੀ ਫਸਲ ਐਮਐਸਪੀ ਤੇ ਖਰੀਦੀ ਜਾਏਗੀ। बहुत पुरानी कहावत है कि संगठन में शक्ति होती है। कृषि सुधार से जुड़ा दूसरा कानून इसी से प्रेरित है। आज हमारे यहां 85% से ज्यादा किसान ऐसे हैं जो बहुत थोड़ी सी जमीन उनके पास है। किसी के पास 1 एकड़, किसी के पास 2 एकड़, किसी के पास 1 हेक्टेयर, किसी के पास 2 हेक्टेयर, सब छोटे किसान हैं। छोटी सी जमीन पर खेती करके अपना गुजारा करता है। इस वजह से इनका खर्च भी बढ़ जाता है और उन्हें अपनी थोड़ी सी उपज बेचने पर सही कीमत भी नहीं मिलती है। लेकिन जब किसी क्षेत्र के ऐसे किसान अगर एक संगठन बनाकर यही काम करते हैं तो उनका खर्च भी कम होता है और सही कीमत भी सुनिश्चित होती है। बाहर से आए खरीदार इन संगठनों से बाकायदा समझौता करके सीधे उनकी उपज खरीद सकते हैं। ऐसे में किसानों के हितों की रक्षा के लिए ही दूसरा कानून बनाया गया है। एक ऐसा अनोखा कानून है जहां किसान के ऊपर कोई बंधन नहीं होगा। किसान के खेत की सुरक्षा, उसकी जमीन की मालिकी की सुरक्षा, किसान को अच्छे बीज, किसान को अच्छी खाद, सभी की जिम्मेदारी जो किसान के साथ कॉन्ट्रैक्ट करेगा उस खरीदार की होगी। किसान से जो समझौता करेगा उस समझौता करने वाले की होगी। साथियों, इन सुधारों से कृषि में निवेश बढ़ेगा, किसानों को आधुनिक टेक्नोलॉजी मिलेगी, किसानों के उत्पाद और आसानी से अंतर्राष्ट्रीय बाजार में पहुंचेंगे। सरकार ਨੂੰ ਨਿਸ਼ਚਿਤ ਹੋਊਗੀ 3 ਦਿਨਾਂ 'ਚ ਪੇਮੈਂਟ। ਇਹ ਸਰਕਾਰ ਕਹਿੰਦੀ ਆਰਡੀਨੈਂਸਾਂ 'ਚ ਕਹਿੰਦੇ ਲਿਖਿਆ ਵਾ। ਉਹ ਉਹਨਾਂ ਨੇ ਇੱਕ ਹੀ ਰੱਖਿਆ ਵੀ ਕੱਲੇ ਵਪਾਰੀ ਕੋ ਪੈਨ ਕਾਰਡ ਚਾਹੀਦਾ, ਕੋਈ ਰਜਿਸਟ੍ਰੇਸ਼ਨ ਨਹੀਂ, ਕੋਈ ਲਾਇਸੈਂਸ ਨਹੀਂ, ਕੋਈ ਉੱਤੇ ਕਾਰਵਾਈ ਦੀ ਪਾਬੰਦੀ ਨਹੀਂ। ਹੁਣ ਜਿਹੜੇ ਆ ਗੰਨਾ ਕਿਸਾਨਾਂ ਦਾ ਵਾ, ਗੰਨਾ ਬਾਂਡ ਹੁੰਦਾ, ਇਹ ਕੈਨ ਕਮਿਸ਼ਨ ਕਰਦਾ, ਉਹਨੂੰ ਕੰਟਰੈਕਟ ਕਹਿੰਦੇ ਆ, ਸਰਕਾਰ ਕਰਾਉਂਦੀ ਆ। ਉਹਦੇ 'ਚ ਲਿਖਿਆ ਵੀ ਜੇ ਕਿਸਾਨ ਨੂੰ 14 ਦਿਨਾਂ 'ਚ ਪੇਮੈਂਟ ਨਾ ਕੀਤੀ ਜਾਊਗੀ ਤੇ ਮੁੜ ਕੇ 15% ਵਿਆਜ ਦੇ ਮੁਤਾਬਕ ਜਿਹੜੀ ਉਹ ਪੇਮੈਂਟ ਕਰਨੀ ਹੋਊਗੀ। ਉਹ 2-2 ਸਾਲ ਕਿਸਾਨਾਂ ਨੂੰ ਪੈਸੇ ਨਹੀਂ ਮਿਲਦੇ, ਹਜੇ ਗਵਰਨਮੈਂਟ ਆ। ਠੀਕ ਹੈ ਜੀ। ਹੁਣ ਜਿਹੜੇ ਕਿਸ ਕੋ ਪੈਨ ਕਾਰਡ ਹੈਗਾ ਵਾ, ਪਤਾ ਨਹੀਂ ਉਹਦੀ ਜੇਬ 'ਚ, ਉਹਦੇ ਬੈਂਕ ਬੈਲੈਂਸ ਦੇ 'ਚ ਕੋਈ ਪੈਸਾ ਜਦੋਂ ਮਰਜ਼ੀ ਕਿਸਾਨਾਂ ਨਾਲ ਠੱਗੀ ਮਾਰ ਜੇ। ਸੋ ਮਤਲਬ ਵੱਡੇ ਪੱਧਰ ਤੇ ਲੋਕਾਂ ਨਾਲ ਠੱਗੀ ਵੱਜਣੀ ਆ। ਡੈਥ ਬਰਨ ਤੇ ਆ ਵੀ ਖੇਤੀ ਮੰਡੀ ਨਿੱਜੀ ਹੋ ਜਾਣੀ ਆ, ਫਸਲਾਂ ਵਿਕਣੀਆਂ ਨਹੀਂ ਤੇ ਕਿਸਾਨ ਜੇ ਫਸਲਾਂ ਦੇ ਭਾਅ ਸਾਨੂੰ ਨਾ ਮਿਲੇ, ਇਹ ਤੋਂ ਕਾਂ ਖਾਦਾਂ ਤੇ ਦਵਾਈਆਂ, ਖਾਦਾਂ ਤੇ ਸਬਸਿਡੀ ਚੁੱਕ ਰਹੀ ਆ। 1.17 ਹਜ਼ਾਰ ਕਰੋੜ ਦੀ ਸਬਸਿਡੀ ਸਾਨੂੰ ਦਿੱਤੀ ਜਾ ਰਹੀ ਸੀ, ਉਹ ਅਗਲੇ 3-4 ਸਾਲਾਂ 'ਚ ਵਾਪਸ ਲੈ ਲੈਣੀ ਆ। ਯੂਰੀਆ ਦੀ ਬੋਰੀ ਸਮਥਿੰਗ 14 ਤੋਂ 1600 ਰੁਪਏ ਹੋ ਜਾਣੀ ਇੱਕ ਥੈਲਾ, ਤੇ ਡੀਏਪੀ ਲਗਭਗ 2800 ਨੂੰ ਚਲੀ ਜਾਣੀ ਆ। ਫਸਲਾਂ ਦੇ ਰੇਟ ਘਟ ਗਏ, ਖਾਦਾਂ ਦੇ ਵੱਧ ਗਏ, ਡੀਜ਼ਲ ਦਾ ਰੇਟ ਵੱਧ ਗਿਆ, ਖੇਤੀ ਮਸ਼ੀਨਰੀ ਮਹਿੰਗੀ ਹੋ ਗਈ ਤੇ ਇਹ ਤੋਂ ਕਹਾਂ ਟਰੈਕਟਰ ਜਾਂ ਲੇਬਰ ਮਹਿੰਗੀ ਹੋ ਰਹੀ। ਸੋ ਕਿਸਾਨੀ ਨੇ ਖੁਦ ਬਖੁਦ ਸੋਚਣਾ ਵਾ ਵੀ ਅਸੀਂ ਕਿਉਂ ਨਾ ਖੇਤੀਬਾੜੀ ਛੱਡ ਕੇ ਹੋਰ ਕੋ ਕੰਮ ਕਰ ਲਈਏ। ਤੇ ਸਰਕਾਰ ਆਹ ਕੁਝ ਕਰਾਉਣਾ ਚਾਹੁੰਦੀ, ਇਹਦੇ ਵਾਸਤੇ ਉਹਨੇ ਠੇਕਾ ਖੇਤੀ ਬਿੱਲ ਲਿਆਂਦਾ ਵਾ ਵੀ ਤੁਸੀਂ 10 ਸਾਲ ਲਈ ਸਾਨੂੰ ਠੇਕੇ ਤੇ ਜ਼ਮੀਨਾਂ ਦੇ ਦਿਓ, 20 ਸਾਲ ਲਈ ਦੇ ਦਿਓ। ਠੇਕੇ ਤੇ ਲੈ ਕੇ ਫਿਰ ਕਾਰਪੋਰੇਟ ਖੇਤੀ ਕਰੂਗਾ। ਇੱਕ ਵਾਰੀ ਵੜ ਗਏ ਉਹ ਜ਼ਮੀਨਾਂ 'ਚ ਤੇ ਮੁੜ ਕੇ ਆਉਂਦੇ ਨਹੀਂ। ਇਸ ਆਰਡੀਨੈਂਸਾਂ ਦੇ ਵਿੱਚ ਇਹ ਵੀ ਲਿਖਿਆ ਗਿਆ ਵੀ ਜਿਹੜੀ ਕੰਪਨੀ ਕੰਟੈਕਟ ਕਰੂਗੀ ਉਹ ਕਿਸਾਨ ਨੂੰ ਖਾਦ ਦਊਗੀ, ਉਹ ਕਿਸਾਨ ਨੂੰ ਦਵਾਈਆਂ ਦਊਗੀ, ਉਹ ਕਿਸਾਨ ਨੂੰ ਸਲਾਹ ਵੀ ਦਊਗੀ ਤੇ ਖੇਤੀ ਮਸ਼ੀਨਰੀ ਦੀ ਟੈਕਨੀਕ ਵੀ ਦਊਗੀ। ਉਹ ਜਿਹੜਾ ਕੰਮ ਉਹ ਆੜਤੀਆਂ ਕੋ ਪੈਸੇ ਲੈ ਕੇ ਕਰਦੇ ਸੀ ਉਹ ਸਾਰਾ ਕੰਪਨੀ ਕਰੂਗੀ। ਉਹ ਕਹਿ ਰਹੇ ਵਿਚੋਲੇ ਕੱਢ ਰਹੇ, ਵਿਚੋਲੇ ਇਹਦੇ ਵਿੱਚ ਹੋਰ ਵੱਧ ਜਾਣੇ ਨੇ, सगों लुट बदनी नहीं, लुट घटनी नहीं हैगी। इस करके डेथ वारंट कहे जा रहे हैं। कृषि क्षेत्र में इन ऐतिहासिक बदलावों के बाद, इतने बड़े व्यवस्था परिवर्तन के बाद कुछ लोगों को अपने हाथ से नियंत्रण जाता हुआ दिखाई दे रहा है। इसलिए अब ये लोग एमएसपी पर किसानों को गुमराह करने में जुटे हैं। ये वही लोग हैं जो बरसों तक
एमएसपी पर स्वामीनाथन कमेटी की सिफारिशों को अपने पैरों के नीचे दबाकर बैठे रहे। मैं देश के प्रत्येक किसान को इस बात का भरोसा देता हूं कि एमएसपी की व्यवस्था जैसे पहले चलती आ रही थी वैसे ही चलती रहने वाली है। इसी तरह हर सीजन में सरकारी खरीद के लिए जिस तरह अभियान चलाया जाता है वो भी पहले की तरह चलते रहेंगे। साथियों, किसानों को एमएसपी देने और सरकारी खरीद के लिए जितना काम हमारी सरकार ने किया है वो पहले कभी नहीं किया गया। बीते 5 साल में जितनी सरकारी खरीद हुई है और 2014 से पहले के 5 साल में जितनी सरकारी खरीदी हुई है उसके आंकड़े देखोगे तो कौन सच बोल रहा है, कौन किसानों के लिए काम कर रहा है, कौन किसानों के भलाई के लिए काम कर रहा है, इसकी गवाही वहीं से मिल जाएगी। एमएसपी 23 फसलों की तय हो रही है। एमएसपी जे वो सरकारी परचेज नहीं हैगी, एमएसपी तो 23 फसलों की आ। मक्की का सवाल बार बार मीडिया च भी आ रहा भी मक्की की एमएसपी 1850 आ, तो विक हो रही है। ठीक है, ਤੇ ਭਾਜਪਾ ਦੇ ਪ੍ਰਵਕਤਾ ਵੀ ਟੀਵੀ ਚੈਨਲਾਂ ਤੇ ਬੋਲਦੇ ਰਹੇ ਨੇ ਵੀ ਅਸੀਂ ਕਹਿੰਦੇ ਆ ਕਿਸਾਨ ਨੂੰ ਐਮਐਸਪੀ ਦੇ ਰੇਟ ਮਿਲਣਾ ਚਾਹੀਦਾ। ਤੇ ਜਦੋਂ ਸਵਾਲ ਕਰੀਦਾ ਵੀ ਕਿਵੇਂ ਮਿਲਣਾ ਕਿਵੇਂ ਚਾਹੀਦਾ, ਜਿਹੜਾ ਪ੍ਰਾਈਵੇਟ ਪਾਰਟਨਰਸ਼ਿਪ ਵਾਲਾ ਬੰਦਾ ਤੁਸੀਂ ਲੈਂਦਾ ਉਹਦੇ ਧੌਣ ਤੇ ਗੰਢ ਰੱਖ ਦਈਏ ਵੀ ਭਾਈ ਲੈ ਤੇ ਸਾਡੀ ਫਸਲ ਤੂੰ ਐਮਐਸਪੀ ਤੇ ਲੈਣੀ ਹੋ, ਉਹ ਕਹੂਗਾ ਮੈਂ ਨਹੀਂ ਲੈਂਦਾ, ਮੈਂ ਤਾਂ ਜੀ ਤੁਹਾਡਾ ਜੇ 2000 ਆ ਮੈਂ ਤੁਹਾਨੂੰ 1000 ਰੁਪਏ ਦੇਣਾ, ਉਹਨੂੰ ਧੱਕੇ ਨਾਲ ਕਿਵੇਂ ਦੇ ਦੇਵਾਂਗੇ। ਐਮਐਸਪੀ ਕੱਲਾ ਤੈਅ ਕਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਐਮਐਸਪੀ ਤੇ ਖਰੀਦ ਕਰੇ ਸਰਕਾਰ, ਇਹ ਵੱਡਾ ਸਵਾਲ ਆ। ਤੇ ਐਮਐਸਪੀ ਤੇ ਖਰੀਦ ਕਣਕ ਝੋਨੇ ਦੀ ਕੱਲੀ ਬਚੀ ਹੋਈ ਆ, ਜੇ ਉਹ ਵੀ ਟੁੱਟਣ ਜਾ ਰਹੀ ਆ, ਬਾਕੀ ਫਸਲਾਂ ਤੇ ਐਮਐਸਪੀ ਨਹੀਂ ਹੈਗੀ। ਸੋ ਜੇ ਅਸੀਂ ਇੱਥੇ ਦਾਲ ਬੀਜਾਂ ਬੀਜਦੇ ਆ ਤਾਂ ਐਮਐਸਪੀ ਤੇ ਸਰਕਾਰ ਨਹੀਂ ਖਰੀਦਦੀ। ਜੇ ਅਸੀਂ ਉਹ ਆਪਣਾ ਤੇਲ ਬੀਜਾਂ ਬੀਜਦੇ ਆ ਉਹ ਸਰਕਾਰ ਨਹੀਂ ਖਰੀਦਦੀ। ਅੱਜ ਤੁਸੀਂ ਬਾਸਮਤੀ ਵੇਖ ਲਓ 1500 ਮੰਡੀਆਂ 'ਚ, ਉਹ 500 ਰੁਪਏ ਘੱਟ ਰੇਟ ਤੇ ਵਿਕ ਰਹੀ ਹੈ ਪਿਛਲੇ ਸਾਲ ਨੂੰ। ਇਹ ਪ੍ਰਾਈਵੇਟ ਖੇਤਰ ਆ। ਸੋ ਇਸ ਕਰਕੇ ਆ ਵੀ ਸਰਕਾਰ ਐਮਐਸਪੀ ਦੇ ਬਹਾਨੇ ਗੱਲ ਟਾਰਗੇਟ ਨਾ ਕਰੇ। ਐਮਐਸਪੀ ਰਹੂਗੀ, ਸਰਕਾਰ ਉਹਦਾ ਭਾਅ ਤੈਅ ਕਰਦਿਆ ਕਰੂ। ਤੁਸੀਂ ਕਣਕ ਦਾ ਭਾਅ 10000 ਤੈਅ ਕਰ ਦਿਓ, ਖਰੀਦੋ ਨਾ, ਸਾਨੂੰ ਉਹਦਾ ਕੀ ਬੈਨੀਫਿਟ ਆ। ਸਾਨੂੰ ਤਾਂ ਖਰੀਦ ਦਾ ਸਵਾਲ ਹੈ ਵੀ ਖਰੀਦ ਦੀ ਗਰੰਟੀ ਹੈ ਸਾਡੀ ਫਸਲ ਚੱਕੀ ਜਾਊਗੀ। ਇੱਕ ਤਾਂ ਆਹ ਸਵਾਲ ਆ ਪ੍ਰਧਾਨ ਮੰਤਰੀ ਜੀ, ਆਹ ਸਵਾਲ ਚੱਕਣ। ਦੂਜਾ ਜਦੋਂ ਤੱਕ ਆਜ਼ਾਦੀ ਦੀ ਗੱਲ ਕਰ ਰਹੇ ਆ ਵੀ ਅਸੀਂ ਕਿਸਾਨ ਨੂੰ ਕਿਹਾ ਵੀ ਜਿੱਥੇ ਮਰਜ਼ੀ ਫਸਲ ਲੈ ਜਾਓ ਆਪਦੀ। ਤੁਸੀਂ ਏਪੀਐਮਸੀ ਐਕਟ ਕੱਢ ਕੇ ਵੇਖ ਲਓ। ਅਸੀਂ ਕਹਿੰਦੇ ਮੋਦੀ ਜੀ ਏਪੀਐਮਸੀ ਐਕਟ ਲਾ ਲਓ, ਤੁਹਾਡੇ ਕੋਲ ਬੜੇ ਬੜੇ ਮਾਹਰ, ਉਹ 'ਚ ਲਿਖਿਆ ਹੋਇਆ ਸਾਨੂੰ 70 ਦੀ ਇਜਾਜ਼ਤ ਮਿਲੀ ਹੋਈ ਹੈ। ਏਪੀਐਮਸੀ ਐਕਟ ਦੇ ਵਿੱਚ ਅਸੀਂ ਕਿਸਾਨ ਜਿੱਥੇ ਮਰਜ਼ੀ ਫਸਲ ਲੈ ਜੇ ਉੱਤੇ ਕੋਈ ਪਾਬੰਦੀ ਨਹੀਂ ਹੈਗੀ। ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ। ਪ੍ਰਦੇਸ਼, ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਦੇ ਲਈ ਦੇਖਦੇ ਰਹੋ ABP ਸਾਂਝਾ।